ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਯੂ ਆਲ ਆਰ ਡੂਇੰਗ ਗ੍ਰੇਟ। ਲਾਈਫ ਦੇ ਜਿੰਨੇ ਵੀ ਅਪ ਐਂਡ ਡਾਊਨਸ ਆ ਰਹੇ ਹੋਣਗੇ, ਆਈ ਰੀਅਲੀ ਵਿਸ਼ ਕਿ ਤੁਸੀਂ ਸਾਰੇ ਉਹਨਾਂ ਚੋਂ ਬੜੀ ਰਿਜ਼ੀਲੀਐਂਟਲੀ ਉਹਨਾਂ ਨਿਕਲ ਰਹੇ ਹੋਵੋਗੇ। ਐਂਡ ਥੈਂਕ ਯੂ ਸੋ ਮਚ ਫॉर ਫੋਲੋਇੰਗ ਮੀ, ਫॉर ਲਾਈਕਿੰਗ ਮਾਈ ਕੰਟੈਂਟ, ਐਂਡ ਆਫ ਕੋਰਸ ਇਫ ਯੂ ਆਰ ਅ ਨਿਊ ਸਬਸਕ੍ਰਾਈਬਰ, ਵੈਲਕਮ ਹੇਅਰ। ਅੱਜ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਜੇ ਤੁਸੀਂ ਕਿਸੇ ਬਹੁਤ ਵੱਡੀ ਮੁਸੀਬਤ ਵਿੱਚ ਹੋਵੋ, ਜਿੱਥੇ ਤੁਹਾਡੀ ਜਾਨ ਨੂੰ ਖਤਰਾ ਹੋਵੇ ਤੇ ਤੁਹਾਨੂੰ ਬਚਾਉਣ ਵਾਲਾ ਸਿਰਫ ਉਹ ਇਨਸਾਨ ਹੋਵੇ ਜਿਸ ਨੂੰ ਸੁਸਾਇਟੀ ਨੀਵਾਂ ਕਹਿੰਦੀ ਹੈ, ਤਾਂ ਤੁਸੀਂ ਕੀ ਉਸ ਤੋਂ ਮਦਦ ਲਓਗੇ ਜਾਂ ਤੁਸੀਂ ਆਪਣੀ ਹਉਮੈ, ਆਪਣੀ ਈਗੋ ਕਰਕੇ ਉਸ ਰਿਸ਼ਤੇ ਨੂੰ ਠੁਕਰਾ ਦਿਓਗੇ? ਜੀ ਹਾਂ, ਬਿਲਕੁਲ। ਅੱਜ ਅਸੀਂ ਗੱਲ ਕਰਾਂਗੇ ਆਪਣੀ ਸੁਸਾਇਟੀ ਵਿੱਚ ਬੜੇ ਹੀ ਪ੍ਰੈਵਲੈਂਟ ਸੋਸ਼ਲ ਨੋਰਮਸ ਨੂੰ ਲੈ ਕੇ, ਜਿਹੜੇ ਹੈਗੇ ਆ ਕਾਸਟ ਸਿਸਟਮ ਦੇ ਬੇਸ ਤੇ। ਬਹੁਤ ਟਾਈਮ ਤੋਂ ਇਹ ਸਭ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ, ਬਹੁਤ ਨਾਰਮਲਾਈਜ਼ਡ ਨੇ। ਜਿੰਨੀਆਂ ਵੀ ਡਿਵੀਜ਼ਨਸ ਹੋਈਆਂ ਨੇ, ਦੇ ਆਰ ਗਿਵਨ ਸੋ ਮਚ ਇੰਪੋਰਟੈਂਸ, ਤੇ ਇਹਨਾਂ ਡਿਵੀਜ਼ਨਸ ਦੇ ਕਰਕੇ ਹੀ ਉੱਚਾ ਨੀਵਾਂ ਤੇ ਦੁਸ਼ਮਣ ਤੇ ਦੋਸਤ, ਇਹ ਸਭ ਚੀਜ਼ਾਂ ਜੋ ਨੇ ਉਹ ਲੋਕਾਂ ਦੇ ਦਿਮਾਗ ਵਿੱਚ ਭਰੀਆਂ ਜਾਂਦੀਆਂ ਨੇ। ਇਨਫੈਕਟ ਬੱਚਿਆਂ ਤੱਕ ਨੂੰ ਸਿਖਾਈਆਂ ਜਾਂਦੀਆਂ ਨੇ। ਇੱਕ ਟੈਲੈਂਟਡ ਜਾਂ ਫਿਰ ਇੱਕ ਸਕਿਲਫੁਲ ਇਨਸਾਨ ਆਪਣੀ ਕਾਸਟ ਜਾਂ ਫਿਰ ਆਪਣੇ ਪਲੇਸ ਜਾਂ ਟਾਈਟਲ ਆਫ ਬਰਥ ਦੇ ਕਰਕੇ ਬਹੁਤ ਪਿੱਛੇ ਰਹਿ ਜਾਂਦਾ ਹੈ। ਇਸ ਕਨਸੈਪਟ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਣ ਦੇ ਲਈ ਅਸੀਂ ਯੂਜ਼ ਕਰਾਂਗੇ ਆਮਿਰ ਖਾਨ ਦੀ ਮੂਵੀ ਲਗਾਨ। ਆਈ ਹੋਪ ਕਿ ਤੁਸੀਂ ਸਾਰਿਆਂ ਨੇ ਮੂਵੀ ਦੇਖੀ ਹੋਏਗੀ, ਬਟ ਜਿਸ ਲੈਂਸ ਦੇ ਥਰੂ ਅਸੀਂ ਇਸ ਮੂਵੀ ਨੂੰ ਪ੍ਰੈਜ਼ੈਂਟ ਕਰਾਂਗੇ, ਇਟ ਵੁੱਡ ਬੀ ਵੈਰੀ ਬੈਨੀਫਿਸ਼ੀਅਲ ਫॉर ਯੂ, ਵੈਰੀ ਇਨਸਾਈਟਫੁਲ ਫॉर ਯੂ, ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਾਂ ਫਿਰ ਲੋਕੀ ਆਮ ਕਰਕੇ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਤੋਂ ਅਲੱਗ ਜਾਂ ਆਪਣੇ ਤੋਂ ਉੱਚਾ ਜਾਂ ਨੀਵਾਂ ਸਮਝਦੇ ਨੇ। ਸੋ ਲੈਟਸ ਬਿਗਿਨ। ਫਿਲਮ ਲਗਾਨ ਦੇ ਵਿੱਚ ਇੱਕ ਸੀਨ ਹੈ ਕਿ ਪਿੰਡ ਵਾਲੇ ਮੈਚ ਹਾਰਨ ਲਈ ਤਿਆਰ ਹਨ, ਪਰ ਉਹ ਕਚਰਾ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ। ਹੁਣ ਕਚਰਾ ਇੱਕ ਨਾਮ ਦੇ ਵਿੱਚ ਹੀ ਜਿਹੜਾ ਆਪਾਂ ਦੇਖ ਸਕਦੇ ਹਾਂ ਕਿ ਯੂਜ਼ ਕੀਤਾ ਗਿਆ ਹੈ, ਬੜਾ ਮੀਨਿੰਗਫੁਲ ਤਰੀਕੇ ਦੇ ਨਾਲ ਉਹਦਾ ਨਾਮ ਯੂਜ਼ ਕੀਤਾ ਗਿਆ ਕਿ ਕਿਵੇਂ ਅਸੀਂ ਕਿਸੇ ਲੋਅਰ ਸਟ੍ਰੈਟਾ ਦੇ ਪਰਸਨ ਨੂੰ ਦੇਖਦੇ ਹਾਂ ਆਪਣੀ ਲਾਈਫ ਦੇ ਵਿੱਚ, ਜਿਹੜੀਆਂ ਅਪਰ ਕਾਸਟ ਜਿਹੜੇ ਹੁੰਦੇ ਆ, ਉਹਦਾ ਨਾਮ ਹੀ ਸਿਗਨੀਫਾਈ ਕਰ ਰਿਹਾ ਹੈ ਕਿ ਹਾਊ ਵੀ ਐਕਚੁਅਲੀ ਟਰੀਟ ਪੀਪਲ ਜਿਹੜੇ ਸਾਡੇ ਤੋਂ ਨੀਵੇਂ ਆ। ਪਿੰਡ ਵਾਲੇ ਜੋ ਨੇ ਉਹ ਮੈਚ ਹਾਰਨ ਲਈ ਤਾਂ ਤਿਆਰ ਹੋ ਜਾਂਦੇ ਨੇ, ਪਰ ਉਹ ਕਚਰੇ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਇੱਕ ਦਲਿਤ ਹੈ। ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ। ਅਸੀਂ ਸਮਝਾਵਾਂਗੇ ਕਿ ਸਾਡਾ ਜੋ ਦਿਮਾਗ ਹੈ, ਜੋ ਲੋਕਾਂ ਨੂੰ ਉੱਚਾ ਤੇ ਨੀਵਾਂ ਖਾਨਿਆਂ ਵਿੱਚ ਕਿਉਂ ਵੰਡਦਾ ਹੈ, ਇਸ ਦੇ ਪਿੱਛੇ ਕੀ ਸਾਈਕੋਲੋਜੀ ਹੈ ਤੇ ਅਸੀਂ ਇਸ ਤੋਂ ਕਿਵੇਂ ਠੀਕ ਹੋ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜੋ ਦਿਮਾਗ ਹੈ ਉਹ ਕਿਵੇਂ ਕੰਮ ਕਰਦਾ ਹੈ। ਡੈਨੀਅਲ ਕੈਹਨਮੈਨ, ਜੋ ਕਿ ਇੱਕ ਨੋਬਲ ਪ੍ਰਾਈਜ਼ ਜੇਤੂ ਨੇ, ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਦਿਮਾਗ ਵਿੱਚ ਨਾ ਦੋ ਸਿਸਟਮ ਹੁੰਦੇ ਆ। ਸਿਸਟਮ 1, ਦ ਫਾਸਟ ਥਿੰਕਰ। ਇਹ ਸਿਸਟਮ ਬਹੁਤ ਤੇਜ਼ ਹੈ, ਇਹ ਸ਼ਾਰਟਕਟ ਲੱਭਦਾ ਹੈ। ਪੁਰਾਣੇ ਜ਼ਮਾਨੇ ਵਿੱਚ ਜੰਗਲਾਂ ਵਿੱਚ ਰਹਿਣ ਵੇਲੇ ਸਾਨੂੰ ਫੈਸਲਾ ਕਰਨਾ ਪੈਂਦਾ ਸੀ ਕਿ ਸਾਹਮਣੇ ਵਾਲਾ ਤਾਕਤਵਰ ਹੈ ਜਾਂ ਕਮਜ਼ੋਰ। ਉੱਥੋਂ ਹੀ ਸਾਡੇ ਅੰਦਰ ਹਾਇਰਾਰਕੀ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਆਰਡਰ ਬਣਨ ਦੀ ਆਦਤ ਪੈ ਗਈ ਤੇ ਅਸੀਂ ਅੱਜ ਤੱਕ ਉਹ ਆਦਤ ਨੂੰ ਚਲਾਉਂਦੇ ਆ ਰਹੇ ਹਾਂ। ਅਸੀਂ ਅੱਜ ਵੀ ਕਿਸੇ ਨੂੰ ਦੇਖਦੇ ਹਾਂ ਤਾਂ ਸੈਕਿੰਡਸ ਦੇ ਵਿੱਚ ਉਹਦੇ ਕੱਪੜੇ, ਉਹਦੀ ਕਾਸਟ ਜਾਂ ਉਹਦੇ ਕੰਮ ਨੂੰ ਦੇਖ ਕੇ ਅਸੀਂ ਉਸ ਆਰਡਰ ਦੇ ਵਿੱਚ ਨਾ ਉਹਨੂੰ ਸੈੱਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਾਓ ਸਿਸਟਮ 2 ਇਜ਼ ਸਲੋ ਐਂਡ ਐਨਾਲਿਟੀਕਲ। ਉਹ ਜੋ ਸਿਸਟਮ ਹੈ ਨਾ, ਉਹ ਸਵਾਲ ਪੁੱਛਦਾ ਹੈ। ਜਿਵੇਂ ਲਗਾਨ ਦੇ ਵਿੱਚ ਆਮਿਰ ਖਾਨ ਕਹਿੰਦਾ ਹੈ ਕਿ ਕਚਰਾ ਖੇਡੇਗਾ, ਤਾਂ ਉਹ ਆਪਣਾ ਸਿਸਟਮ 2 ਵਰਤ ਰਿਹਾ ਹੁੰਦਾ ਹੈ। ਉਹ ਜਾਤ ਨਹੀਂ ਦੇਖ ਰਿਹਾ, ਉਹ ਨਾ ਉਹਦੀ ਕੈਪੇਬਿਲਿਟੀ ਦੇਖ ਰਿਹਾ, ਉਹਦੀ ਕੈਪੈਸਿਟੀ, ਉਹਦੀ ਸਕਿੱਲ ਦੇਖ ਰਿਹਾ ਆ ਕਿ ਉਹ ਕਿੰਨੀ ਵਧੀਆ ਜੋ ਹੈ ਉਹ ਕ੍ਰਿਕਟ ਖੇਡਦਾ ਹੈ, ਉਹ ਬੋਲਿੰਗ ਕਿੰਨੀ ਵਧੀਆ ਕਰਦਾ ਹੈ। ਸੋ ਉਹਦੀ ਕਾਸਟ, ਮਤਲਬ ਕਿ ਇੱਕ ਜਿਹੜਾ ਅਸੀਂ ਹਾਇਰਾਰਕੀ ਬਣਾਈ ਹੋਈ ਹੈ ਆਟੋਮੈਟਿਕ ਤਰੀਕੇ ਨਾਲ ਜਦੋਂ ਅਸੀਂ ਚੱਲਦੇ ਹਾਂ, ਉਹ ਉਹਨੂੰ ਬਾਈਪਾਸ ਕਰਕੇ ਉਹ ਸੋਚਦਾ ਹੈ, ਉਹ ਕੰਸੀਡਰ ਕਰਦਾ ਹੈ ਹਰ ਇੱਕ ਫੈਕਟਰ ਨੂੰ, ਤੇ ਫਿਰ ਦੇਖਦਾ ਹੈ ਕਿ ਇਹ ਇਨਸਾਨ ਆਪਣੀ ਕਾਸਟ ਨੂੰ ਛੱਡ ਕੇ ਆਪਣੀ ਸਕਿੱਲਸ ਨੂੰ ਲੈ ਕੇ ਕਿੱਥੇ ਫਿੱਟ ਬੈਠ ਰਿਹਾ ਉਸ ਆਰਡਰ ਦੇ ਵਿੱਚ। ਬਟ ਦ ਥਿੰਗ ਇਜ਼ ਕਿ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਅਸੀਂ ਸਾਰੀ ਉਮਰ ਨਾ ਸਿਸਟਮ 1 ਦੇ ਭਰੋਸੇ ਜਿਉਂਦੇ ਰਹਿੰਦੇ ਹਾਂ ਤੇ ਲੋਕਾਂ ਨੂੰ ਬਿਨਾਂ ਜਾਣੇ ਹੀ ਉਹਨਾਂ ਨੂੰ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹੁਣ ਇਸ ਗੱਲ ਨੂੰ ਬਹੁਤ ਹੀ ਧਿਆਨ ਨਾਲ ਸੁਣਨਾ।
ਸਿਸਟਮ 1 ਨੂੰ ਅਸੀਂ ਸਿਰਫ ਤੇਜ਼ ਨਹੀਂ ਕਹਿ ਸਕਦੇ, ਅਸਲ ਵਿੱਚ ਇਹ ਇੱਕ ਜ਼ਿੰਦਾ ਰਹਿਣ ਦਾ ਨਾ ਤਰੀਕਾ ਆ। ਪਰ ਇਸ ਦੀ ਇੱਕ ਬਹੁਤ ਵੱਡੀ ਕਮੀ ਵੀ ਆ। ਇਹ ਸਿਰਫ ਅੱਜ ਤੇ ਹੁਣ ਮਤਲਬ ਪ੍ਰੈਜ਼ੈਂਟ ਵਿੱਚ ਜਿਉਂਦਾ ਰਹਿੰਦਾ ਤੇ ਫਿਊਚਰ ਬਾਰੇ ਇੰਨਾ ਨਹੀਂ ਸੋਚਦਾ। ਸੀ ਨਾਓ ਵੈਨ ਆਈ ਸੇ ਕਿ ਜੋ ਸਿਸਟਮ 1 ਹੈ ਸਾਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਟ ਮੀਨਸ ਕਿ ਜੇਕਰ ਬ੍ਰੇਨ ਇਹ ਡਿਟੈਕਟ ਕਰ ਰਿਹਾ ਹੈ ਕਿ ਸਾਡੇ ਲਈ ਇੱਕ ਸਿਚੁਏਸ਼ਨ ਐਮਰਜੈਂਸੀ ਹੈ ਜਾਂ ਇੱਕ ਥ੍ਰੈਟ ਹੈ, ਦੈਨ ਸਿਸਟਮ ਆਪਣੇ ਪਾਵਰ ਸੇਵਿੰਗ ਮੋਡ ਵਿੱਚ ਜਾਏਗਾ। ਉਹ ਸਿੰਪਲੈਸਟ ਐਂਡ ਕੁਇਕੈਸਟ ਵੇ ਪੋਸੀਬਲ ਲੱਭੂਗਾ ਆਪਣੇ ਆਪ ਨੂੰ ਬਚਾਉਣ ਦਾ। ਸੋ ਸਿਸਟਮ 1 ਇਜ਼ ਸਿੰਪਲੀ ਸੇਵਿੰਗ ਅਸ ਫਰਮ ਦ ਸਿਚੁਏਸ਼ਨਸ ਜੋ ਸਾਡੇ ਲਈ ਥ੍ਰੈਟਫੁਲ ਨੇ। ਦੈਟਸ ਵਾਈ ਆਈ ਸੈਡ ਕਿ ਸਿਸਟਮ 1 ਸਿਰਫ ਪ੍ਰੈਜ਼ੈਂਟ ਬਾਰੇ ਸੋਚਦਾ ਹੈ, ਉਹ ਅੱਗੋਂ ਬਿਲਕੁਲ ਨਹੀਂ ਸੋਚਦਾ, ਕਿਉਂਕਿ ਆਫ ਕੋਰਸ ਉਹ ਪਾਵਰ ਸੇਵਿੰਗਸ ਤੇ ਚੱਲ ਰਿਹਾ ਹੈ ਤੇ ਕੁਇਕੈਸਟ ਵੇ ਪੋਸੀਬਲ ਲੱਭ ਰਿਹਾ ਹੈ ਉਸ ਸਿਚੁਏਸ਼ਨ ਚੋਂ ਨਿਕਲਣ ਦੀ। ਹੁਣ ਸਿਸਟਮ 1 ਇਟ ਮੀਨਸ ਕਿ ਕਿਤੇ ਨਾ ਕਿਤੇ ਉਹ ਸਲੇਵ ਹੈਗਾ ਸਾਡੇ ਇਮੋਸ਼ਨਸ ਦਾ ਤੇ ਸਾਡੇ ਬਾਇਸਸ ਦਾ। ਜਿਹੜਾ ਸਿਸਟਮ 1 ਹੈ ਉਹ ਜਜ਼ਬਾਤੀ ਹੈ, ਇਮੋਸ਼ਨਲ ਹੈ। ਜਦੋਂ ਅਸੀਂ ਕਿਸੇ ਦੂਜੀ ਜਾਤ ਜਾਂ ਧਰਮ ਦੇ ਇਨਸਾਨ ਨੂੰ ਦੇਖਦੇ ਹਾਂ ਤਾਂ ਸਿਸਟਮ 1 ਆਪਣੇ ਪੁਰਾਣੇ ਡਰ, ਆਪਣੀਆਂ ਪੁਰਾਣੀਆਂ ਕਹਾਣੀਆਂ, ਸਟੀਰੀਓਟਾਈਪਸ ਜਿਹੜੇ ਸਾਡੇ ਪੱਖਪਾਤ ਹੁੰਦੇ ਆ, ਉਹਨਾਂ ਨੂੰ ਫਟਾਫਟ ਬਾਹਰ ਕੱਢ ਲੈਂਦਾ ਤੇ ਫਿਰ ਸਾਨੂੰ ਸਿਗਨਲਸ ਦਿੰਦਾ ਹੈ ਕਿ ਇਸ ਬੰਦੇ ਤੋਂ ਦੂਰ ਰਹੋ, ਇਹ ਸਾਡੇ ਵਰਗਾ ਨਹੀਂ ਹੈਗਾ, ਇਹ ਨੀਵਾਂ ਆ ਤੇ ਹੋਰ ਵੀ ਕਈ ਚੀਜ਼ਾਂ ਜੋ ਕਿ ਇਹ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕਰਦੀਆਂ ਨੇ ਕਿ ਇਹ ਜੋ ਇਨਸਾਨ ਹੈ ਉਹ ਅਲੱਗ ਗਰੁੱਪ ਨੂੰ ਬਿਲੋਂਗ ਕਰਦਾ ਹੈ, ਇਹ ਸਾਡੇ ਗਰੁੱਪ ਨੂੰ ਬਿਲੋਂਗ ਨਹੀਂ ਕਰਦਾ। ਇਸ ਲਈ ਇਟਸ ਬੈਟਰ ਕਿ ਅਸੀਂ ਆਪਣੇ ਗਰੁੱਪ ਵਿੱਚ ਰਹੀਏ ਤੇ ਇਹਨਾਂ ਤੋਂ ਅਸੀਂ ਦੂਰ ਰਹੀਏ। ਬਟ ਹੇਅਰ ਇਜ਼ ਅ ਟਵਿਸਟ, ਇਹ ਫੈਸਲੇ ਜੋ ਨੇ ਉਹ ਫੈਕਟਸ ਦੇ ਜੋ ਬੇਸਿਸ ਆ ਉਹਦੇ ਤੇ ਨਹੀਂ ਹੁੰਦੇ, ਕੋਈ ਤੱਥ ਨਹੀਂ ਹੁੰਦਾ ਇਸ ਚੀਜ਼ ਦੇ ਵਿੱਚ। ਇਹਦੇ ਵਿੱਚ ਸਿਰਫ ਡਰ ਹੁੰਦਾ ਹੈ ਜਾਂ ਗੁੱਸਾ ਹੁੰਦਾ ਹੈ। ਸੋ ਉਹ ਇਹਨਾਂ ਇਮੋਸ਼ਨਸ ਦੇ ਹਿਸਾਬ ਤੇ ਹੀ ਅਸੀਂ ਆਪਣੇ ਫੈਸਲੇ ਲੈਂਦੇ ਹਾਂ। ਤੇ ਜੇਕਰ ਇਮੋਸ਼ਨਸ ਦੀ ਆਪਾਂ ਗੱਲ ਕਰੀਏ ਦੈਨ ਇਮੋਸ਼ਨਸ ਆਰ ਜਸਟ ਲਾਈਕ ਵਾਟਰ। ਪਾਣੀ ਨੂੰ ਆਪਾਂ ਜਿੱਧਰ ਨੂੰ ਮਰਜ਼ੀ ਵਹਾ ਦਈਏ ਪਾਣੀ ਉੱਧਰ ਨੂੰ ਜਾਏਗਾ। ਸੋ ਸੀ ਜਦੋਂ ਆਪਣਾ ਮੂਡ ਖਰਾਬ ਹੁੰਦਾ, ਠੀਕ ਹੈ, ਉਦੋਂ ਅਸੀਂ ਕਹਿ ਦਿੰਦੇ ਹਾਂ ਕਿ ਨਹੀਂ ਇਹ ਇਨਸਾਨ ਤਾਂ ਮੇਰਾ ਦੁਸ਼ਮਣ ਹੈ, ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਇਹ ਮੇਰਾ ਬੁਰਾ ਚਾਹੁੰਦਾ ਹੈ। ਬਟ ਬ੍ਰੇਨ ਨੂੰ ਇਹ ਨਹੀਂ ਪਤਾ ਕਿ ਬਈ ਸਿਚੁਏਸ਼ਨਸ ਚੇਂਜ ਹੋਣਗੀਆਂ, ਵੀ ਵਿਲ ਚੇਂਜ, ਸਿਚੁਏਸ਼ਨਸ ਵਿਲ ਬੀ ਚੇਂਜਡ ਐਂਡ ਉਸ ਤੋਂ ਬਾਅਦ ਵਿੱਚ ਸਾਡਾ ਜਿਹੜਾ ਰਿਲੇਸ਼ਨ ਹੈ ਕਿਸੇ ਹੋਰ ਦੇ ਨਾਲ ਉਹ ਵੀ ਚੇਂਜ ਹੋਊਗਾ। ਇਸ ਲਈ ਸਿਸਟਮ 1 ਜੋ ਹੈ ਉਹ ਸਾਡੇ ਜਜ਼ਬਾਤੀ ਫੈਸਲੇ ਲੈ ਤਾਂ ਦਿੰਦਾ ਆ ਤੇ ਅਸੀਂ ਉਸ ਤੋਂ ਬਾਅਦ ਵਿੱਚ ਕਿਸੇ ਨੂੰ ਕਿਵੇਂ ਵੀ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਨਾਓ ਲੈਟਸ ਕਮ ਟੂ ਸਿਸਟਮ 2। ਸਿਸਟਮ 2 ਜੋ ਹੈ ਉਹ ਪੇਸ਼ੈਂਸ ਨਾਲ ਚੱਲਦਾ ਹੈ, ਉਹ ਐਫਰਟ ਮੰਗਦਾ ਹੈ, ਉਹ ਸੱਚ ਜੋ ਹੈ ਜਾਂ ਡੀਟੇਲਸ ਜੋ ਹੈ ਉਹਦੇ ਵਿੱਚ ਜ਼ਿਆਦਾ ਬਿਲੀਵ ਕਰਦਾ ਹੈ। ਜੋ ਸਿਸਟਮ 2 ਹੈ ਉਹ ਇੱਕ ਉਹੋ ਜਿਹਾ ਇਨਸਾਨ ਹੈ ਜੋ ਡੂੰਘਾਈ ਵਿੱਚ ਜਾਂਦਾ ਹੈ ਕਿਸੇ ਵੀ ਚੀਜ਼ ਦੀ। ਉਹ ਜੇਕਰ ਕੋਈ ਡਿਸੀਜਨ ਲੈ ਰਿਹਾ ਆ ਦੈਨ ਉਹਦੇ ਬਹੁਤ ਸਾਰੇ ਮੈਂਟਲ ਸਟੈਪਸ ਹੁੰਦੇ ਆ। ਉਹ ਸਟੈਪ ਵਾਈਜ਼ ਸਾਰੀਆਂ ਚੀਜ਼ਾਂ ਨੂੰ ਐਨਾਲਾਈਜ਼ ਕਰਕੇ ਦੇਖ ਕੇ ਪਰਖ ਕੇ ਫਿਰ ਜੋ ਹੈ ਉਹ ਆਪਣਾ ਡਿਸਾਈਡ ਕਰਦਾ ਹੈ ਕਿ ਇਸ ਇਨਸਾਨ ਨੂੰ ਕਿਸ ਕੈਟੇਗਰੀ ਦੇ ਵਿੱਚ ਰੱਖਣਾ ਹੈ। ਸਾਡਾ ਜਿਹੜਾ ਸਿਸਟਮ 2 ਹੈ ਉਹ ਸੋਚਦਾ ਹੈ ਕਿ ਮੈਂ ਜੋ ਦੇਖ ਰਿਹਾ ਕਿ ਉਹ ਸੱਚ ਹੈ, ਕੀ ਮੈਂ ਇਸ ਇਨਸਾਨ ਵਿੱਚੋਂ ਕੋਈ ਇਹੋ ਜਿਹੀ ਖੂਬੀ, ਇਹੋ ਜਿਹੀ ਸਕਿੱਲ ਦੇਖ ਸਕਦਾ ਜੋ ਕਿ ਇਹਦੇ ਬਰਥ ਆਰਡਰ ਤੋਂ ਹਟ ਕੇ ਉਹਦੀ ਸਕਿੱਲ ਸੈੱਟ ਨੂੰ ਉਭਾਰੇ ਤੇ ਉਹਨੂੰ ਇੱਕ ਵੱਖਰੇ ਆਰਡਰ ਵਿੱਚ ਰੱਖ ਦੇਵੇ। ਪਰ ਇੱਥੇ ਇੱਕ ਹੋਰ ਸਮੱਸਿਆ ਵੀ ਆ, ਸਿਸਟਮ 2 ਬਹੁਤ ਆਲਸੀ ਆ। ਇਸ ਨੂੰ ਯੂਜ਼ ਕਰਨ ਦੇ ਲਈ ਨਾ ਬਹੁਤ ਮਿਹਨਤ, ਬਹੁਤ ਐਫਰਟ ਤੇ ਧਿਆਨ ਲਗਾਉਣ ਦੀ ਜ਼ਰੂਰਤ ਹੈ। ਸਾਡਾ ਜਿਹੜਾ ਬ੍ਰੇਨ ਹੁੰਦਾ ਹੈ ਨਾ ਉਹ ਹਮੇਸ਼ਾ એનર્ਜੀ ਨੂੰ ਸੇਵ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਸਿਸਟਮ 2 ਜੋ ਹੈ ਉਹ ਬਹੁਤ એનર્ਜੀ ਉਹਨੂੰ ਬਹੁਤ એનર્ਜੀ ਚਾਹੀਦੀ ਹੁੰਦੀ ਆ ਕੰਮ ਕਰਨ ਦੇ ਲਈ। ਸੋ ਆਰ ਬ੍ਰੇਨ ਇਜ਼ ਆਲਵੇਜ਼ ਲੁਕਿੰਗ ਫॉर ਹਿਊਰਿਸਟਿਕਸ। ਹਿਊਰਿਸਟਿਕਸ ਮਤਲਬ ਕਿ ਜਿਹੜੇ ਆਪਣੇ ਮੈਂਟਲ ਸ਼ਾਰਟਕਟਸ ਹੁੰਦੇ ਆ ਉਹਨਾਂ ਨੂੰ ਲੱਭਦਾ ਹੈ ਤਾਂ ਕਿ ਮੈਂ ਉਹ ਚੀਜ਼ਾਂ ਦੇਖਾਂ, ਉਹਨਾਂ ਨੂੰ ਯੂਜ਼ ਕਰਾਂ। ਸੋ ਇਹੀ ਰੀਜ਼ਨ ਸੀਗਾ ਕਿ ਪਿੰਡ ਵਾਲੇ ਜੋ ਸੀ ਉਹਨਾਂ ਦੇ ਲਈ ਕਚਰਾ ਨੂੰ ਟੀਮ ਵਿੱਚ ਲੈਣਾ ਬਹੁਤ ਮੁਸ਼ਕਿਲ ਸੀਗਾ। ਉਹਨਾਂ ਦਾ ਜੋ ਸਿਸਟਮ 1 ਸੀ ਨਾ ਉਹ ਚੀਖ ਚੀਖ ਕੇ ਕਹਿ ਰਿਹਾ ਸੀਗਾ ਕਿ ਨਹੀਂ, ਇਹ ਇਨਸਾਨ ਅਛੂਤ ਹੈ। ਉਹਨਾਂ ਦੇ ਜਜ਼ਬਾਤ, ਉਹਨਾਂ ਦੇ ਇਮੋਸ਼ਨਸ ਉਹਨਾਂ ਨੂੰ ਰੋਕ ਰਹੇ ਸੀਗੇ। ਪਰ ਪਵਨ ਨੇ ਆਪਣਾ ਸਿਸਟਮ 2 ਜੋ ਹੈ ਉਹ ਯੂਜ਼ ਕੀਤਾ। ਉਹਨੇ ਮਿਹਨਤ ਕੀਤੀ, ਉਸਨੇ ਕਚਰਾ ਦੇ ਹੱਥਾਂ ਦੀ ਜੋ ਮੂਵਮੈਂਟ ਹੈ ਉਸਨੂੰ ਦੇਖਿਆ, ਉਸਨੇ ਨਤੀਜਿਆਂ ਬਾਰੇ ਸੋਚਿਆ। ਸੋ ਨਾਓ ਵਾਟ ਇਜ਼ ਦ ਸਾਈਕੋਲੋਜੀਕਲ ਟੇਕ ਅਵੇ ਫਰਮ ਦਿਸ, ਕਿ ਸਾਨੂੰ ਜਾਤ ਦੇ ਆਧਾਰ ਤੇ ਜੇਕਰ ਅਸੀਂ ਕਿਸੇ ਨੂੰ ਨੀਵਾਂ ਸਮਝ ਰਹੇ ਹਾਂ ਤਾਂ ਅਸੀਂ ਅਸਲ ਵਿੱਚ ਆਪਣੇ ਉਹ ਆਲਸੀ ਦਿਮਾਗ, ਆਪਣੇ ਸਿਸਟਮ 1 ਦੇ ਗੁਲਾਮ ਆ।
ਅਸੀਂ ਜੇਕਰ ਆਪਣੇ ਸਿਸਟਮ 2 ਨੂੰ ਯੂਜ਼ ਕਰੀਏ ਤੇ ਮਿਹਨਤ ਕਰਕੇ ਥੋੜਾ ਹੋਰ ਸੋਚੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਿਸਟਮ 1 ਦੇ ਜੋ ਡਿਸੀਜਨਸ ਸੀਗੇ ਉਹ ਬਾਇਸਡ, ਇਮੋਸ਼ਨਲ ਤੇ ਬੜੇ ਹੀ ਸ਼ੈਲੋ ਸੀਗੇ, ਬੜੇ ਸਰਫੇਸ ਲੈਵਲ ਤੇ ਉਸ ਸਿਸਟਮ 1 ਨੇ ਸਾਨੂੰ ਡਿਸਾਈਡ ਕਰਕੇ ਦੱਸਿਆ ਹੋਇਆ ਸੀਗਾ ਕਿ ਅਸੀਂ ਕਿਵੇਂ ਉੱਚੇ ਤੇ ਕਿਵੇਂ ਨੀਵੇਂ ਆ। we need to accept that somewhere ਆਪਾਂ ਸਿਸਟਮ 2 ਦੀ ਜੋ ਯੂਜ਼ ਹੈ ਨਾ ਉਹ ਅਸੀਂ ਕਰਨਾ ਹੀ ਨਹੀਂ ਚਾਹੁੰਦੇ, ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ ਇਸ ਚੀਜ਼ ਨੂੰ ਸੋਚਣ ਦੇ ਲਈ। ਬਟ ਸਟਿਲ ਯਾਦ ਰੱਖੋ ਕਿ ਜੋ ਆਪਣੇ ਐਡੇ ਵੱਡੇ ਫੈਸਲੇ ਹੁੰਦੇ ਆ ਨਾ ਉਹ ਸਿਸਟਮ 1 ਨਾਲ ਨਹੀਂ, ਉਹ ਸਿਸਟਮ 2 ਨਾਲ ਹੀ ਲਏ ਜਾਂਦੇ ਆ। ਨਾਓ ਜਸਟ ਥਿੰਕ ਅਬਾਊਟ ਇਟ ਕਿ ਜੇਕਰ ਭੁਵਨ ਸਿਸਟਮ 1 ਤੇ ਚੱਲਦਾ ਤਾਂ ਕਿ ਉਹ ਕਦੇ ਵੀ ਉਹ ਹਿਸਟੋਰਿਕ ਮੈਚ ਜਿੱਤ ਪਾਉਂਦਾ। ਨਾਓ ਦ ਕੁਐਸਚਨ ਇਜ਼ ਕਿ ਜਿਹੜੀ ਇਹ ਆਰਡਰ ਹਾਇਰਾਰਕੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਇੰਨਾ ਪੱਕਾ ਹੋ ਕਿਵੇਂ ਗਿਆ, ਇਹ ਚੀਜ਼ ਸ਼ੁਰੂ ਕਿੱਥੋਂ ਹੋਈ? ਇਹਦਾ ਜਵਾਬ ਮਿਲਦਾ ਹੈ ਗ੍ਰੀਕ ਫਿਲਾਸਫਰ ਪਲਾਟੋ ਤੋਂ। ਪਲੈਟੋ ਨੇ ਇੱਕ ਨੋਬਲ ਲਾਈ ਆਪਾਂ ਕਹਿ ਸਕਦੇ ਹਾਂ ਉਹਦੀ ਗੱਲ ਕੀਤੀ ਹੋਈ ਹੈ। ਸੋ ਦ ਨੋਬਲ ਲਾਈ ਇਜ਼ दैट कि प्लाटो ਦੇ ਅਕੋਰਡਿੰਗਲੀ ਸਿਰਕਾ ਕਿ ਸੋਸਾਇਟੀ ਜੋ ਹੈ ਨਾ ਇੱਕ ਸਿਸਟਮ ਦੇ ਵਾਂਗ ਚੱਲਣੀ ਚਾਹੀਦੀ ਹੈ ਤੇ देयर आर मेनी ਪੀਪਲ ਹੂ ਪੋਜੈਸ मेनी ਕੁਆਲਿਟੀਜ਼ ਐਂਡ ਉਹਨਾਂ ਕੁਆਲਿਟੀ ਦੇ ਬੇਸਿਸ ਤੇ ਗਰੁੱਪਸ ਜਿਹੜੇ ਉਹ ਵੰਡੇ ਜਾਣੇ ਚਾਹੀਦੇ ਆ। ਤੇ ਜੇਕਰ ਉਹਨਾਂ ਗਰੁੱਪਸ ਦੇ ਵਿੱਚ ਰਹਿ ਕੇ ਇਨਸਾਨ ਆਪਣਾ ਕੰਮ ਕਰੇਗਾ ਦੈਨ ਇੱਕ ਕੰਟਰੀ ਜੋ ਹੈ ਉਹ ਡਿਵੈਲਪ ਹੋ ਜਾਏਗੀ। ਨਾउ द ਆਈਡੀਆ ਵਾਸ ਵੈਰੀ ਨੋਬਲ ਕਿ ਹਾਂ ਠੀਕ ਹੈ ਕਿ ਅਸੀਂ ਗਰੁੱਪਸ ਵਿੱਚ ਕੰਮ ਕਰਾਂਗੇ, ਆਪਾਂ ਆਪਣਾ ਕੰਮ ਕਰਦੇ ਰਵਾਂਗੇ, ਜਿਸ ਚੀਜ਼ ਲਈ ਆਪਾਂ ਬਣੇ ਆ then development जो होगी। but again system 1 worked here। he was of the view ਕਿ ਸੋਸਾਇਟੀ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਵਿੱਚ ਅਲੱਗ-ਅਲੱਗ ਮੈਟਲਸ ਆ, ਜਿਵੇਂ 골ਡ, ਠੀਕ ਹੈ, ਸਿਲਵਰ ਤੇ ਬ੍ਰੌਂਜ਼। ਹੁਣ 골ਡ ਮਤਲਬ ਕਿ ਜਿਹੜੇ ਰੂਲਰਸ ਹੋਣਗੇ, ਜਿਹੜੇ ਸੋਚ ਵਿਚਾਰ ਕਰ ਸਕਦੇ ਹੋਣਗੇ, ਠੀਕ ਹੈ, ਉਹ ਜਿਹੜੇ ਉਹ ਉਹਨਾਂ ਦੇ ਵਿੱਚ 골ਡ ਮੈਟਲ ਹੋਊਗਾ। ਤੇ ਜੇਕਰ ਆਪਾਂ ਸਿਲਵਰ ਦੀ ਗੱਲ ਕਰੀਏ ਦੈਨ ਉਹ ਸਾਰੇ ਇਨਸਾਨ ਹੋਣਗੇ ਜਿਨ੍ਹਾਂ ਦੀ ਕੈਟਾਗਰੀ ਹੋਊਗੀ ਵਾਰੀਅਰਸ ਦੀ। ਤੇ ਉਸ ਤੋਂ ਬਾਅਦ ਵਿੱਚ ਜਿਹੜੇ ਬ੍ਰੌਂਜ਼ ਮੈਟਲ ਵਾਲੇ ਹੋਣਗੇ ਉਹ ਹੋਣਗੇ ਵਰਕਰਸ, ਜਿਹਦੇ ਵਿੱਚ ਆਰਟੀਸਨਸ ਆਣਗੇ, ਜਿਹੜੇ ਉਹ ਸਾਰੇ ਇਨਸਾਨ ਆਣਗੇ ਤੇ ਜੋ ਕਿ ਕਰਾਫਟਸਮੈਨ ਦਾ ਕੰਮ ਕਰਦੇ ਆ। ਸੋ ਇਸ ਸੁਸਾਇਟੀ ਦੇ ਵਿੱਚ ਇਹ 3 ਗਰੁੱਪਸ ਬਣਾਏ ਗਏ ਤਾਂ ਕਿ ਇਹਨਾਂ ਤਿੰਨਾਂ ਗਰੁੱਪਸ ਦੇ ਵਿੱਚ ਬੈਠ ਕੇ ਲੋਕ ਆਪਣਾ ਆਪਣਾ ਕੰਮ ਕਰਦੇ ਰਹਿਣ ਤੇ ਸੁਸਾਇਟੀ ਨੂੰ ਹੈ ਜੋ ਅੱਗੇ ਵਧਾਉਂਦੇ ਰਹਿਣ। ਹੁਣ ਇਹ ਸੁਣ ਕੇ ਤੁਹਾਨੂੰ ਕੁਝ ਯਾਦ ਆਇਆ? ਸਾਡਾ ਕਾਸਟ ਸਿਸਟਮ ਉਹ ਵੀ ਬਿਲਕੁਲ ਇਹੀ ਆ। ਸਦੀਆਂ ਤੋਂ ਸਾਨੂੰ ਦੱਸਿਆ ਗਿਆ ਕਿ ਕੋਈ ਵੀ ਉੱਚੀ ਜਾਤ ਦਾ ਹੈ ਤੇ ਕੋਈ ਨੀਵੀਂ ਜਾਤ ਦਾ। ਇਹ ਇੱਕ ਅਜਿਹਾ ਝੂਠ ਹੈ ਜਿਸ ਨੇ ਲੋਕਾਂ ਨੂੰ ਦਿਮਾਗ ਨੂੰ ਨਾ ਜੰਦਰੇ ਲਾ ਦਿੱਤੇ ਹੋਏ ਆ। ਲਗਾਨ ਦੇ ਵਿੱਚ ਕਚਰਾ ਖੁਦ ਕਹਿੰਦਾ ਹੈ ਕਿ ਹਮ ਤੋਂ ਅਛੂਤ ਹੈ, ਪਾਪ ਲੱਗੇਗਾ। ਮਤਲਬ ਉਹਨੇ ਵੀ ਮੰਨ ਨਹੀਂ ਲਿਆ ਸੀਗਾ ਕਿ ਉਹਦੀ ਰੂਹ ਵੀ ਕਾਂਸੀ ਦੀ ਹੈ। ਬਟ ਆਈ ਐਮ ਨਾਟ ਸੇਇੰਗ ਕਿ ਜਿਹੜਾ ਇੰਡੀਆ ਦਾ ਕਾਸਟ ਸਿਸਟਮ ਸੀਗਾ ਉਹ ਆਲਰੇਡੀ ਫਾਲਟੀ ਸੀਗਾ, ਉਹ ਕਦੀ ਵੀ ਫਾਲਟੀ ਨਹੀਂ ਸੀ। ਜਿਵੇਂ ਪਲੈਟੋ ਨੇ ਡਿਸਟ੍ਰੀਬਿਊਟ ਕੀਤੇ ਲੋਕੀ ਔਨ ਦ ਬੇਸਿਸ ਆਫ देयर ਵਰਕ ਐਂਡ ਕੈਪੇਬਿਲਿਟੀਜ਼, ਇੰਡੀਆ ਦੇ ਵਿੱਚ ਵੀ ਕਾਸਟ ਸਿਸਟਮ ਐਵੇਂ ਹੀ ਸ਼ੁਰੂ ਹੋਇਆ ਸੀਗਾ। ਨੋ ਵਨ ਵਾਸ ਬੋਰਨ ਬ੍ਰਾਹਮਣ, ਕੋਈ ਜਨਮ ਤੋਂ ਬ੍ਰਾਹਮਣ ਨਹੀਂ ਸੀਗਾ, ਉਹ ਆਪਣੀ ਵਿਦਿਆ ਤੋਂ ਬ੍ਰਾਹਮਣ ਬਣਦਾ ਸੀਗਾ, ਉਹ ਆਪਣੇ ਗਿਆਨ ਤੋਂ ਬ੍ਰਾਹਮਣ ਬਣਦਾ ਸੀਗਾ। ਤੇ ਜੇਕਰ ਇੱਕ ਬ੍ਰਾਹਮਣ ਆਪਣੀ ਲਾਈਫ 'ਚ ਅੱਗੇ ਜਾ ਕੇ ਕਰਾਫਟਸਮੈਨ ਦਾ ਕੰਮ ਕਰਦਾ ਹੈ ਦੈਨ ਉਹਨੂੰ ਉਸ ਗਰੁੱਪ ਵਿੱਚ ਰੱਖਿਆ ਜਾਂਦਾ ਸੀਗਾ। ਸੋ ਆਪਣੀਆਂ ਜਿਹੜੀਆਂ ਜਾਤਾਂ ਸੀਗੀਆਂ, ਆਪਣਾ ਕਾਸਟ ਸਿਸਟਮ ਜੋ ਸੀਗਾ ਉਹ ਕਦੀ ਵੀ ਬਰਥ ਆਰਡਰ ਤੋਂ ਆਇਆ ਹੀ ਨਹੀਂ, ਉਹ ਸਾਡੇ ਕੰਮਾਂ ਤੋਂ ਆਇਆ ਸੀਗਾ। ਉਹ ਉਹਨਾਂ ਚੀਜ਼ਾਂ ਤੋਂ ਆਇਆ ਸੀਗਾ ਜੋ ਅਸੀਂ ਜਿਹੜੀ ਸਕਿੱਲ ਵਿੱਚ ਅਸੀਂ ਵਧੀਆ ਆ। ਬ੍ਰਾਹਮਣਸ ਉੱਚੇ ਤੇ ਜੋ ਸ਼ੂਦਰ ਸੀਗੇ ਉਹ ਨੀਵੇਂ ਨਹੀਂ ਸੀਗੇ। ਬ੍ਰਾਹਮਣਸ ਮਤਲਬ ਕਿ ਜਿਨ੍ਹਾਂ ਨੂੰ ਗਿਆਨ ਹੈ, ਮਤਲਬ ਦਿਮਾਗ, ਦੈਟਸ ਵਾਈ ਬ੍ਰਾਹਮਣਸ ਵਰ ਹੀਅਰ। ਤੇ ਜਿਹੜੇ ਕਸ਼ਤਰੀਆ ਸੀਗੇ ਉਹ ਸ਼ੋਲਡਰਸ ਹੁੰਦੇ ਸੀਗੇ, ਕਿਉਂਕਿ ਸ਼ੋਲਡਰਸ ਦੇ ਵਿੱਚ ਜੇਕਰ ਤਾਕਤ ਹੈ ਆਫ ਕੋਰਸ ਤੁਸੀਂ ਵਾਰੀਅਰ ਕਲਾਸ ਦੇ ਵਿੱਚ ਜਾ ਸਕਦੇ ਹੋ, ਯੂ ਕੈਨ ਫਾਈਟ। ਐਂਡ ਉਸ ਤੋਂ ਬਾਅਦ ਵਿੱਚ ਆਰਟਿਸਨਸ, ਕਰਾਫਟਸਮੈਨ ਆਉਂਦੇ ਸੀਗੇ, ਵੈਸ਼ਿਆ ਮਤਲਬ ਕਿ ਨੀਚੇ, ਜਿਹੜੇ ਕਿ ਆਪਣੀ ਬਾਡੀ ਦਾ ਯੂਜ਼ ਕਰਕੇ ਪੂਰੇ ਆਪਣੀ ਕਰਾਫਟਸਮੈਨ ਕਰਦੇ ਸੀਗੇ, ਜਿਹਦੇ ਵਿੱਚ ਦੁਕਾਨਦਾਰੀ ਹੋ ਗਈ ਜਾਂ ਫਿਰ ਮਰਚੈਂਟਸ ਹੋ ਗਏ ਜਿਹੜੇ ਇੱਧਰ ਉੱਧਰ ਜਾ ਕੇ ਸਮਾਨ ਲੈਂਦੇ ਆ, ਉਹ ਹੋ ਗਏ। ਦੈਨ ਐਟ ਦੀ ਐਂਡ ਸ਼ੂਦਰਸ ਹੁੰਦੇ ਸੀਗੇ ਜਿਨ੍ਹਾਂ ਨੂੰ ਸਫਾਈ ਦਾ ਕੰਮ ਦਿੱਤਾ ਜਾਂਦਾ ਸੀਗਾ ਐਂਡ they had to dip their feet in dirt to get everything clean। So anyone belonging to any working group was put into a system, was put into a group system and ਉੱਥੇ ਉਹਨਾਂ ਦਾ birth
ਆਰਡਰ ਜਾਂ ਫਿਰ ਉਹਨਾਂ ਦੀ ਫੈਮਿਲੀ ਬੈਕਗਰਾਉਂਡ ਜ਼ਿਆਦਾ ਮੈਟਰ ਨਹੀਂ ਸੀ ਕਰਦੀ। ਬਟ ਅਗੇਨ ਸਿਸਟਮ 1 ਡਿਡ ਇਟਸ ਵਰਕ, ਸਿਸਟਮ 1 ਹੈਡ ਇਟਸ ਟ੍ਰਿਕਸ ਤੇ ਜੋ ਵੀ ਆਪਣਾ ਕਾਸਟ ਵਾਲਾ ਸਿਸਟਮ ਸੀਗਾ ਉਹ ਬਾਈ ਬਰਥ ਚੱਲਣਾ ਸ਼ੁਰੂ ਹੋ ਗਿਆ ਇਨਸਟੈਡ ਆਫ ਆਪਣੇ ਕੰਮ ਤੋਂ। ਨਾਓ ਬੀਇੰਗ ਅ ਸਾਈਕੋਲੋਜਿਸਟ ਆਫ ਕੋਰਸ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੂੰਗੀ ਕਿ ਕਿਸੇ ਨੂੰ ਜੇਕਰ ਅਸੀਂ ਬਾਰ-ਬਾਰ ਇੰਨਾ ਕਹਿ ਰਹੇ ਹਾਂ ਨਾ ਕਿ ਤੁਸੀਂ ਨੀਵੇਂ ਹੋ ਜਾਂ ਫਿਰ ਉਹਨਾਂ ਨੂੰ ਕਿਸੇ ਵੀ ਹੋਰ ਤਰੀਕੇ ਦੇ ਨਾਲ ਨੀਵਾਂ ਦਿਖਾਇਆ ਜਾਂਦਾ ਹੈ, ਤਾਂ ਉਹ ਇੰਟਰਨਲਾਈਜ਼ਡ ਆਪਰੇਸ਼ਨ ਦਾ ਜੋ ਹੈ ਸ਼ਿਕਾਰ ਹੋ ਜਾਂਦੇ ਨੇ। ਮਤਲਬ ਕਿ ਉਹ ਖੁਦ ਆਪਣੇ ਆਪ ਨੂੰ ਕਾਬਲ ਸਮਝਣਾ ਹੀ ਛੱਡ ਦਿੰਦੇ ਨੇ ਕਿ ਅਸੀਂ ਕੁਝ ਕਰ ਹੀ ਨਹੀਂ ਸਕਦੇ। ਨਾਓ ਲੈਟਸ ਅੰਡਰਸਟੈਂਡ ਦ ਸੋਸ਼ਲ ਡਾਇਨਾਮਿਕਸ। ਜਦੋਂ ਪਵਨ ਕਹਿੰਦਾ ਹੈ ਨਾ ਕਿ ਕਚਰਾ ਖੇਲੇਗਾ ਕਿਉਂਕਿ ਉਹ ਘੁਮਾਤਾ ਹੈ, ਤਾਂ ਉਹ ਪੂਰੀ ਹਾਇਰਾਰਕੀ ਨੂੰ ਚੈਲੰਜ ਕਰ ਰਿਹਾ ਸੀਗਾ। ਸਾਈਕੋਲੋਜੀ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਆ ਸ਼ਿਫਟ ਫਰਮ ਆਈਡੈਂਟੀਟੀ ਟੂ ਫੰਕਸ਼ਨ। ਜਦੋਂ ਪਿੰਡ ਵਾਲੇ ਦੇਖਦੇ ਆ ਨਾ ਕਿ ਕਚਰੇ ਦੀ ਜਿਹੜੀ ਗੇਂਦਬਾਜ਼ੀ ਹੈ ਉਹ ਅੰਗਰੇਜ਼ਾਂ ਨੂੰ ਆਊਟ ਕਰ ਸਕਦੀ ਹੈ, ਤਾਂ ਉਹਨਾਂ ਦਾ ਨਾ ਸਿਸਟਮ ਜੋ ਹੈ ਉਹ ਚੱਲਣਾ ਸ਼ੁਰੂ ਹੁੰਦਾ ਹੈ। ਉਹ ਕਚਰੇ ਨੂੰ ਇੱਕ ਆਈਡੈਂਟੀਟੀ ਮਤਲਬ ਉਹਦੀ ਜਾਤ ਤੋਂ ਨਹੀਂ ਬਲਕਿ ਉਹਦੇ ਕੰਮ ਉਹਦੇ ਫੰਕਸ਼ਨ ਤੋਂ ਦੇਖਣਾ ਸ਼ੁਰੂ ਕਰਦੇ ਆ। ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਨਾ ਸੁਸਾਇਟੀ ਦੇ ਵਿੱਚ ਕੁਝ ਤਰੱਕੀ ਹੋਏ ਜਾਂ ਫਿਰ ਸਾਡਾ ਜੋ ਸੋਸ਼ਲ ਸਰਕਲ ਹੈ ਉਹ ਵਧੀਆ ਰਹੇ, ਦੈਨ ਸਾਨੂੰ ਜਿਹੜੀ ਵਰਟੀਕਲ ਸੁਸਾਇਟੀ ਹੈ ਨਾ ਮਤਲਬ ਉੱਪਰ ਤੋਂ ਨੀਚੇ, ਨੀਚੇ ਤੋਂ ਉੱਪਰ ਜਾਣ ਵਾਲਾ, ਉਹਨੂੰ ਛੱਡ ਕੇ ਇੱਕ ਹੌਰੀਜ਼ੌਂਟਲ ਯੂਨਿਟੀ ਮਤਲਬ ਬਰਾਬਰੀ ਦੇ ਨਾਲ ਜਾਣਾ ਪਏਗਾ। ਤਾਂ ਹੀ ਅਸੀਂ ਇਨਸਾਨ ਨੂੰ ਇਨਸਾਨ ਦੇਖਾਂਗੇ ਤੇ ਉਹਨੂੰ ਉਹਦੇ ਜਨਮ ਤੋਂ ਨਹੀਂ ਬਲਕਿ ਉਹਦੇ ਕਰਮ ਤੋਂ ਪਛਾਣਨਾ ਸ਼ੁਰੂ ਕਰਾਂਗੇ। ਐਂਡ ਨਾਓ ਲੈਟਸ ਕਮ ਬੈਕ ਟੂ ਪ੍ਰੈਕਟੀਕਲ। ਐਂਡ ਆਫ ਕੋਰਸ ਅਸੀਂ ਹੁਣ ਯੂਜ਼ ਕਰਾਂਗੇ ਆਪਣੀਆਂ ਕੁਝ CBT ਦੀਆਂ ਟੈਕਨੀਕਸ, ਕੋਗਨੀਟਿਵ ਬਿਹੇਵੀਅਰ ਥੈਰੇਪੀ, ਤਾਂ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣਾ ਸਿਸਟਮ 2 ਜੋ ਹੈ ਉਹਨੂੰ ਸਟਾਰਟ ਕਰ ਸਕੋ ਐਂਡ ਯੂ ਸਟਾਰਟ ਰਿਵੀਲਿੰਗ ਯੋਰ ਟਰੂ ਸੈਲਫ, ਤੇ ਜਿਹਦੇ ਵਿੱਚ ਤੁਸੀਂ ਹਰ ਇੱਕ ਇਨਸਾਨ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰੋ। ਸੋ ਦ ਵੈਰੀ ਫਰਸਟ ਐਕਸਰਸਾਈਜ਼ ਇਜ਼ ਦ ਡੀ ਲੇਬਲਿੰਗ ਟੇਬਲ। ਤੁਸੀਂ ਇੱਕ ਪਾਸੇ ਲੇਬਲ ਲਿਖੋ ਜੋ ਕਿ ਸੁਸਾਇਟੀ ਨੇ ਤੁਹਾਨੂੰ ਦਿੱਤੇ ਹੈ ਜਾਂ ਫਿਰ ਤੁਸੀਂ ਸੁਸਾਇਟੀ ਦੇ ਵਿੱਚ ਕਿਸੇ ਨੂੰ ਦਿੱਤੇ ਹੈ, ਜਿਵੇਂ ਕਿ ਮਜ਼ਦੂਰ, ਜਮਾਦਾਰ, ਨੀਵੀਂ ਜਾਤ। ਦੂਜੇ ਪਾਸੇ ਤੁਸੀਂ ਉਹਨਾਂ ਦਾ ਕੰਮ ਦੇਖੋ ਕਿ ਉਹ ਸਫਾਈ ਕਰਕੇ ਜਾਂ ਫਿਰ ਉਹ ਕਿਸੇ ਦਾ ਘਰ ਬਣਾ ਕੇ ਜਾਂ ਫਿਰ ਉਹ ਕੁਝ ਵੀ ਐਵੇਂ ਦਾ ਕੰਮ ਕਰਕੇ ਸੁਸਾਇਟੀ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਕਰ ਰਿਹਾ ਹੈ ਕਿ ਸਾਡਾ ਜਿਹੜਾ ਸਮਾਜ ਹੈ ਉਹ ਵੱਧ ਸਕੇ। ਜਦੋਂ ਤੁਸੀਂ ਉਹਨਾਂ ਲੋਕਾਂ ਦੀ ਸਕਿੱਲ ਦੇਖੋਗੇ, ਜਦੋਂ ਤੁਸੀਂ ਉਹਨਾਂ ਲੋਕਾਂ ਦਾ ਕੰਮ ਦੇਖੋਗੇ, ਦੈਨ ਉਹਨਾਂ ਦੀ ਵੈਲਿਊ ਜੋ ਹੈ ਨਾ ਉਹ ਤੁਹਾਡੇ ਦਿਮਾਗ ਵਿੱਚ ਆਲਰੇਡੀ ਵੜਨੀ ਸ਼ੁਰੂ ਹੋ ਜਾਏਗੀ ਤੇ ਉਹ ਜਿਹੜਾ ਆਰਡਰ ਹੈ ਉਹ ਜੋ ਹਾਇਰਾਰਕੀ ਹੈ ਨਾ ਉਹ ਹੌਲੀ ਹੌਲੀ ਖਤਮ ਹੁੰਦੀ ਸ਼ੁਰੂ ਹੋ ਜਾਏਗੀ। Second is a role reversal test. Grateful and I'm thankful to all my audience ਜਿਨ੍ਹਾਂ ਨੇ ਅੱਜ ਤੱਕ ਮੇਰੇ ਕੰਟੈਂਟ ਨੂੰ ਇੰਨਾ ਸਰਾਇਆ ਹੈ, ਇੰਨਾ ਪਿਆਰ ਦਿੱਤਾ ਹੈ, ਇੰਨਾ ਸਪੋਰਟ ਕੀਤਾ ਹੈ। ਥੈਂਕ ਯੂ ਸੋ ਮਚ ਫॉर ਇਟ ਐਂਡ ਆਫ ਕੋਰਸ ਵੀ ਆਰ ਡੂਇੰਗ ਆਰ ਬੈਸਟ ਕਿ ਅਸੀਂ ਹਮੇਸ਼ਾ ਕੁਛ ਨਾ ਕੁਛ ਐਵੇਂ ਦਾ ਲੈ ਕੇ ਆਈਏ ਜੋ ਇਨਸਾਈਟਫੁਲ ਤੇ ਰਿਲੇਟੇਬਲ ਰਵੇ ਤੇ ਲੋਕਾਂ ਦੀ ਜਿਹੜੀ ਮੈਂਟਲ ਹੈਲਥ ਹੈ ਉਸ ਨੂੰ ਇੰਪਰੂਵ ਕਰਨ ਦੇ ਲਈ ਅਸੀਂ ਆਪਣਾ ਕੁਛ ਹਿੱਸਾ ਪਾ ਸਕੀਏ। ਅੱਜ